ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਾਲਾਹੀ ਸਾਲਾਹਾ ਏਤੀ ਸੁਰਤ ਨ ਪਾਈਆ, ਨਦੀਆਂ ਅਤੇ ਵਾਹ ਪਵਹਿ ਸਮੁੰਦ ਨਾ ਜਾਣੀ ਹੈ। ਸਮੁੰਦ ਸ਼ਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ, ਕੀੜੀ ਤੁਲ ਨਾ ਹੋਵਣੀ ਜੇ ਤਿਸ ਮਨਹੁ ਨਾ ਵਿਸਰੈ। ਕੀੜੀ ਤੁਲ ਨਾ ਹੋਵਣੀ ਜੇ ਤਿਸ ਮਨਹੁ ਨਾ ਵਿਸਰੈ। ਪਰਮ ਸਤਿਕਾਰਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਧੰਤਾ ਦੇ ਪਾਤਰ ਹਾਂ। ਸਾਹਿਬਾਂ ਦੀ ਪਾਵਨ ਹਜ਼ੂਰੀ ਅੰਦਰ ਜੁੜ ਕਰਕੇ ਆਪਣੀ ਜ਼ਿੰਦਗੀ ਦੀਆਂ ਅਮੋਲਕ ਘੜੀਆਂ ਨੂੰ ਸਫਲ ਕਰ ਰਹੇ ਹਾਂ। ਪਾਵਨ ਜਪਜੀ ਸਾਹਿਬ ਜੀ ਦੀ ਵਿਚਾਰ, ਜਿਹਦੀ ਅੱਜ ਅਸੀਂ 23ਵੀਂ ਪੌੜੀ ਦੀ ਵਿਚਾਰ ਕਰਨੀ ਹੈ। ਆਓ ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਸਾਰੇ ਹੀ ਸਾਂਝ ਪਾਈਏ ਫਤਿਹ ਦੇ ਨਾਲ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਸ਼ਬਦ ਦੇ ਅੰਦਰ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਫੁਰਮਾਨ ਕਰਦੇ ਨੇ, ਸਾਲਾਹੀ ਸਾਲਾਹ। ਉਸ ਪ੍ਰਭੂ ਪਰਮਾਤਮਾ ਦੀ ਤੂੰ ਸਿਫਤ ਸਲਾਹ ਕੀਤੀ ਏ, ਪ੍ਰਭੂ ਪਰਮਾਤਮਾ ਦੀ ਤੂੰ ਵਡਿਆਈ ਕੀਤੀ ਏ। ਤੇਰਾ ਕਰਨ ਦਾ ਕੋਈ ਫਾਇਦਾ ਹੋਇਆ ਹੈ? ਤੈਨੂੰ ਕੁਛ ਪ੍ਰਾਪਤ ਹੋਇਆ ਹੈ? ਸਾਹਿਬ ਕਹਿਣ ਲੱਗੇ ਏਤੀ ਸੁਰਤ ਨਾ ਪਾਈਆ। ਏਤੀ ਸੁਰਤ ਦਾ ਮਤਲਬ ਹੁੰਦਾ ਤੈਨੂੰ ਬਹੁਤ ਹਾਸਲ ਨਹੀਂ ਹੋਇਆ, ਤੈਨੂੰ ਗਿਆਨ ਹਾਸਲ ਨਹੀਂ ਹੋਇਆ। ਏਤੀ ਸੁਰਤ ਨਾ ਪਾਈਆ, ਤੈਨੂੰ ਬਹੁਤ, ਤੈਨੂੰ ਅੰਦਰ ਦਾ ਗਿਆਨ ਅਜੇ ਹਾਸਲ ਨਹੀਂ ਹੋਇਆ। ਤੇ ਤੇਰਾ ਜਿਹੜਾ ਕਿਹਾ ਹੋਇਆ ਵੱਡਾ ਕੀਤੀ ਹੋਈ ਸਿਫਤ ਸਲਾਹ ਕੀ ਵਿਅਰਥ ਚਲੀ ਗਈ ਹੈ। ਸਾਹਿਬ ਕਹਿਣ ਲੱਗੇ ਨਦੀਆਂ ਅਤੇ ਵਾਹ। ਨਦੀਆਂ ਅਤੇ ਵਾਹ ਦਾ ਮਤਲਬ ਹੁੰਦਾ ਹੈ ਵੀ ਤੇਰਾ ਬੋਲਿਆ ਹੋਇਆ ਵੱਡਾ ਵੱਡਾ ਕਿਹਾ ਹੋਇਆ ਵਿਅਰਥ ਨਹੀਂ ਗਿਆ। ਇਸ ਤਰੀਕੇ ਦੇ ਨਾਲ ਹੋ ਗਿਆ ਜਿਵੇਂ ਨਦੀਆਂ ਕਿਸੇ ਸਮੁੰਦਰ ਦੇ ਅੰਦਰ ਜਾ ਕੇ ਮਿਲ ਜਾਂਦੀਆਂ ਨੇ, ਉਹ ਸਮੁੰਦਰ ਦਾ ਰੂਪ ਹੋ ਜਾਂਦੀਆਂ ਨੇ। ਜਿਹੜੀ ਨਦੀ ਕਿਸੇ ਸਮੁੰਦਰ ਦਾ ਰੂਪ ਹੋ ਗਈ ਹੈ, ਸਮੁੰਦਰ ਉਹਨੂੰ ਆਪਣੇ ਵਰਗਾ ਬਣਾ ਲੈਂਦਾ, ਫਿਰ ਉਸ ਨਦੀ ਦਾ, ਉਸ ਪਾਣੀ ਦੀ ਪਹਿਚਾਣ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ। ਧਰਮ ਦੀ ਦੁਨੀਆ ਦੇ ਅੰਦਰ ਇੱਕ ਗਾਥਾ ਹੈ। ਕਿਸੇ ਲੂਣ ਦੀ ਢੇਲੀ ਨੇ, ਕਿਸੇ ਲੂਣ ਦੀ ਛੋਟੀ ਜਿਹੀ ਰੋੜੀ ਨੇ ਆਪਣੇ ਮਨ ਦੇ ਅੰਦਰ ਵਿਚਾਰ ਕੀਤੀ ਕਿ ਮੈਂ ਸਮੁੰਦਰ ਦਾ ਅੰਤ ਲੱਭਣਾ ਹੈ, ਮੈਂ ਭਾਲ ਕਰਨੀ ਹੈ ਸਮੁੰਦਰ ਹੈ ਕਿੱਡਾ ਵੱਡਾ। ਲੂਣ ਦੀ ਛੋਟੀ ਜਿਹੀ ਢੇਲੀ ਨੇ, ਲੂਣ ਦੀ ਉਸ ਰੋੜੀ ਨੇ ਸਮੁੰਦਰ ਦੇ ਅੰਦਰ ਡੁਬਕੀ ਮਾਰੀ। ਉਸ ਤੋਂ ਪਹਿਲਾਂ ਆਪਣੇ ਜਿਹੜੇ ਨਾਲ ਦੇ ਉਹਦੇ ਲੂਣ ਸਨ, ਢੇਲੀਆਂ ਸਨ, ਉਹਨੂੰ ਉਹਨੇ ਇਕੱਤਰ ਕਰਕੇ ਆਪਣੇ ਨਾਲ ਲੈ ਆਂਦਾ। ਲੂਣ ਦੀ ਢੇਲੀ ਕਹਿਣ ਲੱਗੀ ਤੁਸੀਂ ਕਿਨਾਰੇ ਤੇ ਖੜੇ ਹੋ ਜਾਓ ਇੱਕ ਪਾਸੇ।
ਮੈਂ ਸਮੁੰਦਰ ਦੇ ਅੰਦਰ ਹੁਣ ਜਾਵਾਂਗੀ, ਸਮੁੰਦਰ ਦੇ ਅੰਦਰ ਜਾ ਕੇ ਮੈਂ ਭਾਲ ਕਰਾਂਗੀ, ਵੇਖ ਕੇ ਆਵਾਂਗੀ ਕਿ ਸਮੁੰਦਰ ਦੀ ਗਹਿਰਾਈ ਹੈ ਕਿੰਨੀ, ਸਮੁੰਦਰ ਹੈ ਕਿੰਨਾ ਵੱਡਾ। ਆ ਕੇ ਮੈਂ ਤੁਹਾਨੂੰ ਸਾਰੀ ਖਬਰ ਦਿਆਂਗੀ, ਆ ਕੇ ਮੈਂ ਤੁਹਾਨੂੰ ਦੱਸਾਂਗੀ ਕਿ ਸਮੁੰਦਰ ਕਿੰਨਾ ਵੱਡਾ ਹੈ। ਕੁਛ ਲੂਣ ਦੀਆਂ ਢੇਲੀਆਂ ਸਮੁੰਦਰ ਦੇ ਕਿਨਾਰੇ ਖੜੀਆਂ ਹੋ ਗਈਆਂ। ਉਹ ਸਮੁੰਦਰ ਦੀ ਢੇਲੀ ਸਮੁੰਦਰ ਦੀ ਰੂੜੀ ਨੇ ਡੁਬਕੀ ਮਾਰੀ ਜਦੋਂ ਅੰਦਰ ਗਈ। ਹੁਣ ਸਮੁੰਦਰ ਦੀ ਕੋਈ ਥਾਂ ਨਹੀਂ ਸੀ। ਜਿਵੇਂ ਜਿਵੇਂ ਡੁਬਕੀ ਮਾਰ ਕੇ ਅੰਦਰ ਜਾ ਰਹੀ ਹੈ, ਲੂਣ ਦੀ ਢੇਲੀ ਖੁਰ ਰਹੀ ਹੈ। ਜਿਵੇਂ ਜਿਵੇਂ ਅੰਦਰ ਜਾ ਰਹੀ ਹੈ, ਲੂਣ ਦੀ ਢੇਲੀ ਖੁਰ ਗਈ ਹੈ। ਖੁਰ ਖੁਰ ਕੇ ਉਹ ਸਮੁੰਦਰ ਦਾ ਰੂਪ ਹੋ ਗਈ। ਹੁਣ ਬਾਹਰ ਖਲੋਤੀਆਂ ਹੋਈਆਂ ਨੇ ਲੂਣ ਦੀਆਂ ਢੇਲੀਆਂ। ਉਹ ਵੇਟ, ਉਹ ਇੰਤਜ਼ਾਰ ਕਰ ਰਹੀਆਂ ਨੇ ਵੀ ਕਦੋਂ ਲੂਣ ਦੀ ਢੇਲੀ ਵਾਪਸ ਆਵੇ ਕਿ ਤੇ ਕਦੋਂ ਆ ਕੇ ਸਾਨੂੰ ਦੱਸੇ ਕਿ ਸਮੁੰਦਰ ਕਿੰਨਾ ਵੱਡਾ ਹੁੰਦਾ ਹੈ, ਸਮੁੰਦਰ ਦੀ ਗਹਿਰਾਈ ਕਿੰਨੀ ਵੱਡੀ ਹੈ। ਉਹ ਵੇਟ ਕਰ ਰਹੀਆਂ ਨੇ, ਉਹ ਇੰਤਜ਼ਾਰ ਕਰ ਰਹੀਆਂ ਨੇ। ਦੂਜੇ ਪਾਸੇ ਲੂਣ ਦੀ ਜਿਹੜੀ ਢੇਲੀ ਸੀ ਉਹ ਸਮੁੰਦਰ ਦਾ ਰੂਪ ਹੋ ਗਈ, ਖੁਰ ਗਈ ਵਿੱਚ ਹੀ, ਉਹਦੀ ਪਹਿਚਾਣ ਹੀ ਖਤਮ ਹੋ ਗਈ ਆਪਣੀ। ਇਸੇ ਹੀ ਤਰ੍ਹਾਂ ਸੰਤ ਜਾਣੇ ਭਗਤ ਜਨ ਨੇ, ਜਿਨ੍ਹਾਂ ਨੇ ਉਸ ਪ੍ਰਭੂ ਪਰਮਾਤਮਾ ਦੀ ਸਿਫਤ ਸਲਾਹ ਕੀਤੀ, ਉਸ ਪ੍ਰਭੂ ਪਰਮਾਤਮਾ ਦੇ ਅੰਦਰ ਲੀਨ ਹੋ ਗਏ, ਉਸ ਮਾਲਕ ਦੇ ਅੰਦਰ ਲੀਨ ਹੋ ਗਏ। ਕੁਛ ਲੂਣ ਦੀਆਂ ਢੇਲੀਆਂ ਐਸੀਆਂ ਨੇ ਜਿਹੜੀਆਂ ਧਾਰਮਿਕ ਅਸਥਾਨਾਂ ਤੇ ਜਾ ਰਹੀਆਂ ਨੇ, ਪਰ ਉਹਨਾਂ ਦੇ ਅੰਦਰ ਡੁਬਕੀ ਮਾਰਨ ਦੀ ਸਮਰੱਥਾ ਨਹੀਂ। ਉਹ ਕਿਨਾਰੇ ਤੇ ਖਲੋਤੀਆਂ ਹੋਈਆਂ ਨੇ। ਉਹ ਕੇਵਲ ਪੁੱਛਦੀਆਂ ਨੇ ਪਰਮਾਤਮਾ ਕਿੰਨਾ ਕੁ ਵੱਡਾ ਹੈ, ਪਰਮਾਤਮਾ ਦੀ ਕਿੰਨੀ ਕੁ ਸਮਰੱਥਾ ਹੈ। ਉਹਨਾਂ ਦੇ ਆਪਣੇ ਅੰਦਰ ਇੰਨੀ ਸਮਰੱਥਾ ਨਹੀਂ ਵੀ ਉਹ ਡੁਬਕੀ ਮਾਰ ਲੈਣ। ਹੁਣ ਜਿਨ੍ਹਾਂ ਨੇ ਡੁਬਕੀ ਮਾਰੀ ਹੈ, ਜਿਨ੍ਹਾਂ ਨੂੰ ਪਰਮ ਆਨੰਦ ਆ ਗਿਆ ਹੈ, ਉਹ ਦੱਸਣ ਜੋਗੇ ਨਹੀਂ ਰਹੇ। ਜਿਨ੍ਹਾਂ ਨੂੰ ਅੰਦਰ ਦੀ ਅਵਸਥਾ ਬਣ ਗਈ ਹੈ, ਉਹ ਹੁਣ ਬਿਆਨ ਨਹੀਂ ਕਰ ਸਕਦੇ। ਬਾਬਾ ਕਬੀਰ ਜੀ ਕਹਿ ਰਹੇ ਨੇ, ਸੋ ਅਜਾਨ ਕਹੇ ਮੈਂ ਜਾਣਿਆ। ਜਿਹੜਾ ਬੰਦਾ ਕਹਿੰਦਾ ਮੈਨੂੰ ਪਤਾ ਹੈ, ਸਮਝ ਲਓ ਇਸ ਬੰਦੇ ਨੂੰ ਕੱਖ ਨਹੀਂ ਪਤਾ। ਸੋ ਅਜਾਨ ਕਹੇ ਮੈਂ ਜਾਣਿਆ। ਜਿਸ ਬੰਦੇ ਨੇ ਇਹ ਗੱਲ ਕਹੀ ਕਿ ਮੈਂ ਜਾਣਦਾ ਵਾਂ, ਸਾਹਿਬ ਕਹਿਣ ਲੱਗੇ ਉਹਨੂੰ ਕੁਛ ਨਹੀਂ ਪਤਾ। ਕਹੋ ਕਬੀਰ ਗੂੰਗੇ ਗੁੜ ਖਾਇਆ, ਪੂਛੇ ਤੇ ਕਿਆ ਕਹੀਐ। ਕਿਸੇ ਗੂੰਗੇ ਬੰਦੇ ਨੂੰ ਕਈ ਪ੍ਰਕਾਰ ਦੀ ਮਠਿਆਈ ਖਵਾ ਦਿੱਤੀ ਜਾਵੇ, ਬਾਅਦ ਕੋ ਉਹਦੇ ਕੋਲੋਂ ਸਵਾਦ ਪੁੱਛਿਆ ਜਾਵੇ, ਬਾਬਾ ਕਬੀਰ ਜੀ ਕਹਿਣ ਲੱਗੇ ਨਹੀਂ ਦੱਸ ਸਕਦਾ। ਜਿਸ ਬੰਦੇ ਨੂੰ ਪਰਮ ਆਨੰਦ ਦੀ ਪ੍ਰਾਪਤੀ ਹੋ ਗਈ ਹੈ, ਜੇ ਉਹਦੇ ਕੋਲੋਂ ਪੁੱਛੋਗੇ ਉਹ ਤੁਹਾਨੂੰ ਦੱਸ ਨਹੀਂ ਸਕੇਗਾ। ਹੁਣ ਕਈ ਐਸੀਆਂ ਲੂਣ ਦੀਆਂ ਢੇਲੀਆਂ ਨੇ, ਕਈ ਐਸੇ ਪਰਮ ਗੁਰਮੁਖ ਨੇ ਜਿਹੜੇ ਪਰਮਾਤਮਾ ਅੰਦਰ ਲੀਨ ਹੋ ਗਏ ਨੇ, ਪਰਮਾਤਮਾ ਦਾ ਰੂਪ ਹੋ ਗਏ ਨੇ। ਕਈ ਐਸੀਆਂ ਢੇਲੀਆਂ ਨੇ ਜਿਹੜੀਆਂ ਹੁਣ ਇੰਤਜ਼ਾਰ ਤੇ ਵੇਟ ਕਰ ਰਹੀਆਂ ਨੇ ਖਲੋ ਕੇ। ਗੁਰਦੁਆਰੇ ਵੀ ਆਉਣਾ ਹੈ, ਬੈਠਣਾ ਵੀ ਹੈ, ਕਰਨਾ ਸਾਰਾ ਕੁਛ ਹੈ, ਪਰ ਉਹਨਾਂ ਨੇ ਡੁਬਕੀ ਨਹੀਂ ਲਾਈ। ਉਹ ਅਜੇ ਪੁੱਛ ਰਹੇ ਨੇ ਵੀ ਪਰਮਾਤਮਾ ਕਿੰਨਾ ਕੁ ਵੱਡਾ ਹੈ, ਕਿੰਨਾ ਬੇਮਿਸਾਲ ਹੈ, ਪਰਮਾਤਮਾ ਦੇ ਕਿੰਨੇ ਕੈਸੇ ਰੰਗ ਨੇ। ਨਦੀਆਂ ਅਤੇ ਵਾ, ਨਦੀਆਂ ਅਤੇ ਵਾ, ਪਵੇ ਸਮੁੰਦ ਨਾ ਜਾਣੀ ਹੈ। ਨਦੀਆਂ ਜਿਹੜੀਆਂ ਨੇ ਜਦੋਂ ਕਿਸੇ ਜਾ ਕੇ ਸਮੁੰਦਰ ਦੇ ਅੰਦਰ ਮਿਲ ਜਾਂਦੀਆਂ ਨੇ, ਉਹ ਸਮੁੰਦਰ ਦਾ ਰੂਪ ਹੋ ਜਾਂਦੀਆਂ ਨੇ। ਗੰਗਾ ਜਾ ਕੇ ਜਦੋਂ ਸਮੁੰਦਰ ਦੇ ਅੰਦਰ ਮਿਲ ਗਈ, ਜਮਨਾ ਜਾ ਕੇ ਸਮੁੰਦਰ ਦੇ ਅੰਦਰ ਮਿਲ ਗਈ, ਸਮੁੰਦਰ ਦਾ ਰੂਪ ਹੋ ਗਈ। ਬਿਆਸਾ ਦਰਿਆ ਜਾ ਕੇ ਸਮੁੰਦਰ ਅੰਦਰ ਮਿਲਿਆ, ਸਮੁੰਦਰ ਦਾ ਰੂਪ ਹੋ ਗਿਆ। ਸਤਲੁਜ ਕਿਤੇ ਜਾ ਕੇ ਸਮੁੰਦਰ ਦੇ ਅੰਦਰ ਮਿਲਿਆ, ਸਮੁੰਦਰ ਦਾ ਰੂਪ ਹੋ ਗਿਆ। ਜਿਹੜਾ ਹੁਣ ਸਤਲੁਜ ਸੀ, ਬਿਆਸਾ ਸੀ, ਜਮਨਾ ਸੀ, ਗੰਗਾ ਸੀ, ਉਹਨਾਂ ਦੀ ਆਪਣੀ ਹਸਤੀ ਖਤਮ ਹੋ ਗਈ ਏ, ਉਹ ਸਮੁੰਦਰ ਦਾ ਰੂਪ ਹੋ ਗਏ ਨੇ। ਜਿਹੜੇ ਪ੍ਰਭੂ ਪਰਮਾਤਮਾ ਦੇ ਅੰਦਰ ਲੀਨ ਹੋ ਜਾਂਦੇ ਨੇ, ਉਹਨਾਂ ਦੀ ਆਪਣੀ ਹਸਤੀ ਖਤਮ ਹੋ ਜਾਂਦੀ ਏ। ਉਹਨਾਂ ਦੀ ਕੋਈ ਜਾਤ ਪਾਤ ਨਹੀਂ ਰਹਿ ਗਈ, ਉਹਨਾਂ ਦਾ ਕੋਈ ਮਜ਼ਹਬ ਨਹੀਂ ਰਹਿ ਗਿਆ, ਉਹਨਾਂ ਅੰਦਰ ਧਨ ਦਾ ਹੰਕਾਰ ਨਹੀਂ ਰਹਿ ਗਿਆ, ਉਹਨਾਂ ਦੇ ਅੰਦਰ ਸੁਹੱਪਣ ਦਾ ਹੰਕਾਰ ਨਹੀਂ ਰਹਿ ਗਿਆ। ਸਾਰਾ ਕੁਝ ਖਤਮ ਹੋ ਗਿਆ। ਕਿਉਂ? ਸਮੁੰਦਰ ਦਾ ਰੂਪ ਹੋ ਗਏ ਨੇ। ਤੇ ਜਿਹੜੇ ਸਮੁੰਦਰ ਦਾ ਰੂਪ ਹੋ ਜਾਣ, ਉਹਨਾਂ ਨਦੀਆਂ ਦਾ ਆਪਣਾ ਵਜੂਦ ਖਤਮ ਹੋ ਜਾਂਦਾ ਹੈ। ਮਨ ਪੂਰੇ ਸੰਸਾਰ ਦੇ ਉੱਪਰ ਉਹ ਪਰਮ ਆਨੰਦ ਦੀ ਜ਼ਿੰਦਗੀ ਨੂੰ ਬਤੀਤ ਕਰਦੇ ਨੇ। ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿ ਰਹੇ ਨੇ, ਸਮੁੰਦ ਸਾ ਸੁਲਤਾਨ
ਗਿਰਹਿ ਸੇਤੀ ਮਾਲ ਧਨ, ਸਮੁੰਦ ਸਹਾ ਸੁਲਤਾਨ। ਗ੍ਰਹਾਂ ਸੇਤੀ ਮਾਲ ਧਨ, ਨਦੀਆਂ ਅਤੇ ਵਾਹ, ਪਵੇ ਸਮੁੰਦ ਨਾ ਜਾਣੀ ਹੈ। ਇਸ ਧਰਤੀ ਤੇ 3 ਹਿੱਸੇ ਪਾਣੀ ਹੈ। ਇੱਕ ਹਿੱਸਾ ਧਰਤੀ ਹੈ, 3 ਹਿੱਸੇ ਪਾਣੀ। ਇਹਦਾ ਮਤਲਬ ਧਰਤੀ ਤੋਂ ਕਈ ਹਿੱਸੇ ਜ਼ਿਆਦਾ ਪਾਣੀ। ਇੱਕ ਹਿੱਸਾ ਧਰਤੀ ਤੇ 3 ਹਿੱਸੇ ਪਾਣੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਜੇ ਕੋਈ ਬੰਦਾ 3 ਹਿੱਸੇ ਪਾਣੀ, ਕਈ ਹਿੱਸੇ ਹੋਰ ਗੁਣਾ ਜ਼ਿਆਦਾ ਧਰਤੀ ਹੋਵੇ ਤੇ ਉਹਦਾ ਉਹ ਸਮਰਾਟ ਹੋਵੇ। ਵੈਸੇ ਅੱਜ ਤੱਕ ਇਦਾਂ ਹੋਇਆ ਨਹੀਂ ਵੀ ਕੋਈ ਸਾਰੀ ਧਰਤੀ ਦਾ ਕੋਈ ਬੰਦਾ ਸਮਰਾਟ ਬਣ ਸਕਿਆ ਹੋਵੇ, ਅੱਜ ਤੱਕ ਨਹੀਂ ਬਣਿਆ ਕੋਈ ਵੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿ ਰਹੇ ਨੇ, ਜੇ ਕੋਈ ਇਨਸਾਨ ਇੰਨਾ ਵੱਡਾ ਹੋਵੇ, ਸਾਰੀ ਧਰਤੀ ਦਾ ਸਮਰਾਟ ਬਣ ਜਾਵੇ, ਉਹ ਰਾਜਾ ਬਣ ਜਾਵੇ, ਉਹਦੇ ਰਾਜਾ, ਉਹਦੇ ਬਾਦਸ਼ਾਹ ਬਣਨ ਤੋਂ ਬਾਅਦ ਗਿਰਹਾਂ ਸੇਤੀ ਮਾਲ ਧਨ, ਜਿੰਨੇ ਜਿੰਨੇ ਵੱਡੇ ਪਹਾੜ ਨੇ, ਇਹ ਜੀ ਉਹਦੀ ਪ੍ਰਾਪਰਟੀ ਹੋਵੇ, ਇੰਨੇ ਵੱਡੇ ਉਹਦੇ ਮਹਿਲ ਹੋਣ, ਸੋਨੇ ਚਾਂਦੀ ਦੇ ਨਾਲ ਬਣੇ ਹੋਣ, ਇੰਨੀ ਜ਼ਿਆਦਾ ਧਨ ਦੌਲਤ ਦਾ ਉਹ ਮਾਲਕ, ਉਹ ਬਾਦਸ਼ਾਹ ਹੋਵੇ। ਸਾਹਿਬ ਕਹਿਣ ਲੱਗੇ, ਸਮੁੰਦ ਸਾ ਸੁਲਤਾਨ, ਗਿਰਹਾਂ ਸੇਤੀ ਮਾਲ ਧਨ। ਇਹਨਾਂ ਉਹਦੇ ਕੋਲ ਅੰਬਾਰ ਲੱਗਾ ਹੋਵੇ ਮਾਇਆ ਦਾ, ਧਨ ਦਾ, ਜਿਹਦੀ ਕਦੀ ਵੀ ਨਾਪ ਤੋਲ ਨਾ ਹੋ ਸਕੇ, ਇੰਨਾ ਵੱਡਾ ਬਾਦਸ਼ਾਹ ਹੋਵੇ। ਸਮੁੰਦ ਸਾ ਸੁਲਤਾਨ, ਗਿਰਹਾਂ ਸੇਤੀ ਮਹਾਲ ਧਨ, ਕੀੜੀ ਤੁਲਨਾ ਹੋਵਣੀ। ਸਾਰਿਆਂ ਤੋਂ ਛੋਟਾ ਆਕਾਰ ਇੱਕ ਕੀੜੀ ਦਾ ਹੈ, ਸਭ ਤੋਂ ਛੋਟਾ ਆਕਾਰ, ਜਿਹੜੀ ਪੈਰਾਂ ਥੱਲੇ ਵੀ ਸਾਨੂੰ ਨਜ਼ਰ ਨਹੀਂ ਆਉਂਦੀ। ਸਭ ਤੋਂ ਨਿੱਕੇ ਆਕਾਰ ਦਾ ਜਿਹੜਾ ਜੀਵ ਹੈ ਉਹ ਕੀੜੀ ਹੈ, ਜਿਹਦੇ ਤੇ ਸਾਡੀ ਨਿਗਾਹ ਨਹੀਂ ਪੈਂਦੀ। ਸਾਹਿਬ ਨਾਲ ਕਹਿਣ ਲੱਗੇ, ਇੱਕ ਉਹ ਨੇ ਜਿਨ੍ਹਾਂ ਦੇ ਕੋਲ ਜਾਤ ਪਾਤ ਦਾ ਮਾਣ ਹੈ, ਧਨ ਦਾ ਮਾਣ ਹੈ, ਉੱਚੇ ਹੋਣ ਦਾ ਮਾਣ ਹੈ, ਸੁਹੱਪਣ ਦਾ ਮਾਣ ਹੈ, ਬੋਲੀ ਦਾ ਮਾਣ ਹੈ, ਪ੍ਰਾਂਤ ਦਾ ਮਾਣ ਹੈ। ਉਸ ਮਾਣ ਦੇ ਅੰਦਰ, ਉਸ ਹੰਕਾਰ ਦੇ ਅੰਦਰ ਆਪਣੀ ਜ਼ਿੰਦਗੀ ਨੂੰ ਬਤੀਤ ਕਰ ਰਹੇ ਨੇ। ਇੱਕ ਉਹ ਨੇ ਕੀੜੀ ਤੁਲਨਾ ਹੋਵਨੀ, ਜਿਨ੍ਹਾਂ ਦੀ ਆਪਣੀ ਕੋਈ ਹਸਤੀ ਨਹੀਂ, ਆਪਣੀ ਕੋਈ ਜਾਤ ਪਾਤ ਨਹੀਂ, ਜਿਨ੍ਹਾਂ ਕੋਲ ਬਹੁਤਾ ਧਨ ਨਹੀਂ ਹੈ, ਜਿਨ੍ਹਾਂ ਕੋਲ ਬਹੁਤੀ ਜਾਇਦਾਦ ਨਹੀਂ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਤਰਨ ਤਾਰਨ ਦੇ ਲਾਗੇ ਇੱਕ ਪਿੰਡ ਪੈਂਦਾ ਖਾਨਪੁਰ। ਉਸ ਖਾਨਪੁਰ ਪਿੰਡ ਦੇ ਅੰਦਰ ਗੁਰੂ ਅਰਜਨ ਦੇਵ ਪਾਤਸ਼ਾਹ ਪਹੁੰਚੇ ਨੇ। ਸ਼ਾਮ ਦਾ ਵਕਤ ਹੋਇਆ, ਕਿਸੇ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਜੀ ਆਇਆਂ ਨਹੀਂ ਕਿਹਾ। ਨਾਲ ਕੁਛ ਗੁਰੂ ਕੇ ਪਿਆਰੇ ਸਿੱਖ ਨੇ। ਜਿਵੇਂ ਹੀ ਖਾਨਪੁਰ ਪਿੰਡ ਦੇ ਲਾਗੇ ਪਹੁੰਚਦੇ ਨੇ, ਅਚਾਨਕ ਹਵਾ, ਹਨੇਰੀ ਤੇ ਮੀਂਹ ਦਾ, ਬਰਸਾਤ ਦਾ ਮੌਸਮ ਬਣ ਜਾਂਦਾ ਹੈ। ਥੋੜ੍ਹੀ ਥੋੜ੍ਹੀ ਬਰਸਾਤ ਸ਼ੁਰੂ ਹੋ ਜਾਂਦੀ ਹੈ। ਜਿਵੇਂ ਹੀ ਬਰਸਾਤ ਸ਼ੁਰੂ ਹੋਈ, ਗੁਰੂ ਅਰਜਨ ਦੇਵ ਪਾਤਸ਼ਾਹ ਨਾਲ ਗੁਰੂ ਕੇ ਪਿਆਰੇ ਸਿੱਖ ਨੇ ਇੱਕ ਦਰਖਤ ਦੇ ਥੱਲੇ ਬੈਠ ਗਏ। ਕਿਸੇ ਦਰਖਤ ਦੇ ਥੱਲੇ ਬੈਠੇ ਕੀ ਦੇਖਿਆ, ਇੱਕ ਮਨੁੱਖ ਆ ਰਿਹਾ ਹੈ। ਉਹਨੇ ਆਪਣੇ ਸਿਰ ਤੇ ਲੱਕੜਾਂ ਦੀ ਪੰਡ ਚੁੱਕੀ ਹੋਈ ਹੈ। ਲੱਕੜਾਂ ਦੀ ਪੰਡ ਸਿਰ ਤੇ ਚੁੱਕੀ ਹੋਈ ਹੈ, ਉਹ ਆ ਰਿਹਾ ਹੈ। ਵੇਖਦਿਆਂ ਹੀ ਵੇਖਦਿਆਂ ਜਿਸ ਨੇ ਆਪਣੇ ਸਿਰ ਤੇ ਲੱਕੜਾਂ ਦੀ ਪੰਡ ਚੁੱਕੀ ਹੋਈ ਹੈ, ਉਹਦੇ ਮਨ ਦੇ ਅੰਦਰ ਇਹ ਖਿਆਲ ਆ ਰਿਹਾ ਵੀ ਪਤਾ ਨਹੀਂ ਕੌਣ ਗੁਰੂ ਦੇ ਸਿੱਖ ਬੈਠੇ ਹੋਏ ਨੇ। ਸ਼ਾਮ ਦਾ ਵਕਤ ਹੈ, ਹਨੇਰਾ ਪੈਣ ਵਾਲਾ ਹੈ, ਬੂੰਦਾਬਾਂਦੀ ਸ਼ੁਰੂ ਹੋ ਗਈ ਹੈ। ਜਿਵੇਂ ਜਿਵੇਂ ਉਹ ਲਾਗੇ ਆਇਆ, ਉਹਨੇ ਆ ਕੇ ਪਹਿਚਾਣ ਕੀਤੀ ਹੈ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ, ਨਾਲ ਗੁਰੂ ਕੇ ਪਿਆਰੇ ਸਿੱਖ ਨੇ। ਉਹਨੇ ਪੰਡ ਰੱਖੀ, ਲੱਕੜਾਂ ਦੀ ਪੰਡ ਰੱਖ ਕੇ ਉਹਨੇ ਪਹਿਲਾਂ ਮੱਥਾ ਟੇਕਿਆ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ। ਕਹਿਣ ਲੱਗੇ, ਸੱਚੇ ਪਾਤਸ਼ਾਹ ਤੁਸੀਂ ਇੱਥੇ ਕਿਵੇਂ? ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਅਸੀਂ ਅੱਗੇ ਜਾਣਾ ਸੀ, ਬਰਸਾਤ ਆ ਗਈ, ਅਸੀਂ ਤਾਂ ਰੁਕ ਗਏ। ਉਸ ਗੁਰੂ ਕੇ ਪਿਆਰੇ ਨੇ ਮੱਥਾ ਟੇਕ ਕੇ ਗੱਲ ਕਹੀ, ਸੱਚੇ ਪਾਤਸ਼ਾਹ ਹਾਂ ਤੇ ਮੈਂ ਗਰੀਬ, ਤੁਸੀਂ ਮੇਰੇ ਘਰ ਚੱਲੋ,
टूटी जी झोंपड़ी है मेरी, मेरे घर चलो, मेरे गरीब कोल जो भी होएगा छकान मैं तुहानू जरूर छकावांगा। गुरु अर्जन देव पातशाह कहन लगे नहीं भलिया असीं अगे जाना है, बरसात आई असीं तां रुक गए, नहीं सच्चे पातशाह तुसीं मेरे घर चलो। भाई हेमा ना है वो नाल लै गया। हुण भाई हेमे दी टुट्टी झोपड़ी दे अंदर हुण गुरु अर्जन देव पातशाह जाके बैठे हुए। हुण भाई हेमे ने शाम नूं जैसा भी उहदे कोल प्रशादा बनिया उन्हें छकाया, सेवा की। सेवा करन तो बाद हुण विश्राम वास्ते गुरु अर्जन देव पातशाह नूं लिटा दिता गया। हुण गुरु अर्जन देव पातशाह लेट गए। हुण भाई हेमा उठिया अद्धी रात नूं। अद्धी रात नूं उठ के भाई हेमे ने हुण गुरु अर्जन देव पातशाह दे चरण घुटने शुरू कर दिते। चरण घुटने, एक पासे भाई हेमा चरण घुट रहा ते दूजे पासे रो भी रहा है। हुण जदों गुरु अर्जन देव पातशाह दे नेत्र खुले, गुरु अर्जन देव पातशाह कहन लगे भाई हेमिया ये की पिया करदा है। भाई हेमे ने अखां दे विचों नीर है मत्था टेकिया, सच्चे पातशाह गरीबी ने भुख ने इन्ना सताया है, इन्ना दुखी किया कि आपने भी छड़ के चले गए, अपना भी कोई नहीं रहा मेरा। गरीबी ने इन्ना सताया, भुख ने इन्ना सताया मैनू। हुण गुरु अर्जन देव पातशाह अद्धी रात का समा उठ के बैठे ने, भाई हेमे नू अपनी गल वकड़ी दे विच लिया। भाई हेमे नू अपनी बुकल दे अंदर लिया, सिर ते प्यार कीता है। ते गुरु अर्जन देव पातशाह ने फिर शब्द उच्चारण किया, वस्ता टूटी झोंपड़ी चीर सब छिन्ना, जात ना पात ना आदरो उद्यार ना परमीना, मित्र ना इठ धन रूपहीन किछ साक ना सिन्ना। भाई हेमिया तू किदा कह रहा मैं गरीब हाँ। जिस बंदे दे कोल कुछ ना होवे, वस्ता टुट्टी झोंपड़ी होवे, पाटे हुए कपड़े होन, जिस बंदे दी उच्ची जात ते पात ना होवे, कोई बंदा ओनू वात ना पुछदा होवे, राजा सगली सृष्टि का हर नाम मन भिन्ना। जिस मनुख दे हिरदे दे अंदर परमात्मा दा रूप है, मानो ओ सारी सृष्टि दा राजा, सारी सृष्टि दा मालक है। बाबा कबीर जी किसी मेले दे अंदर गए, कोई धार्मिक स्थान ते गए। हुण बाबा कबीर जी दे नाल उन्हां दे चाहन वाले, उन्हां दे सेवादार भी नाल ने। हुण ओही मेले दे अंदर, उस सम्मेलन दे अंदर एक ऐसी गुरु के प्यार करन वाली इस्त्री है जिहड़ी उत्थे पानी पिया रही है सारियां नूं, महात्मा नूं, संतां नूं, महापुरुषां नूं पानी पिया रही। दूजे पासे सुल्तानपुर लोधी दी घर दी आ गई, दगड़ दगड़ करदी आ रही है घोड़े हाथियां दे नाल। हुण उत्थे बाबा कबीर जी दे सेवादारां ने सवाल किया, है गए भान सगन घन छत्रपति की नार। कहने लगे महाराज ये की है गए वाहन सगन घन छत्रपति की नार, हाथी घोड़े एदे नाल ने, राजे दी ये घर दी दुनिया दे सारे लोगों की निगाह ए ते टिकी हुई है। दूजे पासे इस्त्री ओ जिहड़ी पानी पिया रही है, पाटे कपड़े ने विचारी दे, ਉਹਦੇ ਵੱਲ कोई नहीं वेख रहा, वो सेवा कर रही है, सारियां दी निगाह ਇਹਦੇ ਵੱਲ। बाबा कबीर जी कहन लगे, तास पटंतर ना पुजै हर जन की पनिहार। कहन लगे ऐ राणी जिहड़ी पानी पिया रही है, ਉਹਦੇ तक ये कदी नहीं पहुँच सकती, क्योंकि वो संतां दी सेवा कर रही है। कहन लगे नृप नारी क्यों निंदी है, क्यों चेरी को मान। नृप नारी क्यों निंदी है। बाबा कबीर जी तुसीं इहदी ते निंदा कर रहे हो, माड़ा कह रहे हो, ओनू तुसीं इन्ना मान दे रहे हो। तो बाबा कबीर जी ने फिर जवाब दिता, ओ मांग सवार है बिखे कहो। कहन लगे ओनू वेख के काम याद आउंदा है, ओ सिमरे हर नाम, ओनू वेख के राम याद आउंदा है।
ਜਿਹੜੀ ਉਹ ਇਸਤਰੀ ਹੈ ਜਿਹਨੇ ਹਾਵ ਭਾਵ ਕੀਤਾ ਹੋਇਆ, ਸ਼ਿੰਗਾਰ ਕੀਤਾ ਹੋਇਆ, ਉਹਨੂੰ ਵੇਖ ਕੇ ਵਿਸ਼ੇ ਵਿਕਾਰ ਯਾਦ ਆ ਰਹੇ ਨੇ। ਜਿਹੜੀ ਸੇਵਾ ਕਰ ਰਹੀ ਹੈ ਉਹਨੂੰ ਵੇਖ ਕੇ ਪਰਮਾਤਮਾ ਦਾ ਨਾਮ ਯਾਦ ਆ ਰਿਹਾ ਹੈ। ਹੁਣ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿ ਰਹੇ ਨੇ, ਸਮੁੰਦ ਸ਼ਾਹ ਸੁਲਤਾਨ ਗ੍ਰਹਾਂ ਸੇਤੀ ਮਾਲ ਧਨ। ਕੋਈ ਇੰਨਾ ਵੱਡਾ ਰਾਜਾ ਬਣ ਜਾਵੇ ਕਿ ਸਾਰੀ ਧਰਤੀ ਦਾ ਉਹ ਸਮਰਾਟ ਹੋਵੇ। ਸਾਰੀ ਧਰਤੀ ਦਾ ਸਮਰਾਟ ਅੱਜ ਤੱਕ ਨਾ ਕੋਈ ਹੋਇਆ ਤੇ ਨਾ ਸ਼ਾਇਦ ਕੋਈ ਹੋ ਸਕੇਗਾ। ਪਰ ਗੁਰੂ ਨਾਨਕ ਦੇਵ ਪਾਤਸ਼ਾਹ ਕਹਿ ਰਹੇ ਨੇ, ਜੇ ਕੋਈ ਇੰਨਾ ਵੱਡਾ ਰਾਜਾ ਹੋਵੇ, ਗ੍ਰਹਾਂ ਸੇਤੀ ਮਾਲ ਧਨ, ਜਿੰਨੇ ਵੱਡੇ ਪਹਾੜ ਨੇ, ਇੰਨੀਆਂ ਵੱਡੀਆਂ ਉਹਦੇ ਕੋਲ ਜਾਇਦਾਦਾਂ ਹੋਣ, ਕੀੜੀ ਤੁਲਨਾ ਹੋਵਣੀ। ਦੂਜੇ ਪਾਸੇ ਉਹ ਇਨਸਾਨ ਜਿਹਦੀ ਕੋਈ ਵੱਡੀ ਜਾਤ ਪਾਤ ਨਾ ਹੋਵੇ, ਜਿਹਦੇ ਕੋਲ ਬਹੁਤਾ ਧਨ ਨਾ ਹੋਵੇ, ਜਿਹਦੇ ਕੋਲ ਬਹੁਤਾ ਸੁਹੱਪਨ ਨਾ ਹੋਵੇ, ਬਹੁਤੇ ਪਦਾਰਥ ਨਾ ਹੋਣ, ਭਾਵੇਂ ਉਹ ਕੀੜੀ ਦੇ ਸਮਾਨ ਹੈ। ਯਾਦ ਰੱਖਿਓ, ਬੇਸ਼ੱਕ ਉਹਦੇ ਤੱਕ ਲੋਕਾਂ ਦੀ ਨਿਗਾਹ ਨਹੀਂ ਪਹੁੰਚ ਰਹੀ, ਲੋਕ ਉਹਦੇ ਵੱਲ ਨਹੀਂ ਵੇਖ ਰਹੇ, ਦੁਨੀਆ ਦੀਆਂ ਨਜ਼ਰਾਂ ਦੇ ਅੰਦਰ ਉਹ ਛੋਟਾ ਹੋਏਗਾ, ਉਹ ਗਰੀਬ ਹੋਏਗਾ, ਉਹ ਮਾੜਾ ਹੋਏਗਾ। ਕੀੜੀ ਤੁਲਨਾ ਹੋਵਣੀ ਜੇ ਤਿਸ ਮਨੋ ਨਾ ਵਿਸਰੈ। ਜਿਹਨੂੰ ਪ੍ਰਭੂ ਪਰਮਾਤਮਾ ਦਾ ਨਾਮ ਨਹੀਂ ਵਿਸਰਿਆ, ਭਾਵੇਂ ਉਹਦੀ ਨਜ਼ਰਾਂ ਦੇ ਅੰਦਰ ਉਹ ਕੀੜੀ ਦੇ ਸਮਾਨ ਹੋਏਗਾ, ਪਰ ਉਹ ਰਾਜਾ ਕਦੀ ਵੀ ਉਹਦੀ ਬਰਾਬਰੀ ਨਹੀਂ ਕਰ ਸਕਦਾ। ਬਾਬਾ ਕਬੀਰ ਜੀ ਨੂੰ ਕਿਸੇ ਪੰਡਤ ਨੇ, ਉੱਚੀ ਜਾਤ ਵਾਲੇ ਨੇ ਗੱਲ ਕਹੀ, ਕਹਿਣ ਲੱਗੇ, ਬਾਬਾ ਜੀ ਮਾਨ ਕਰਨ ਦੇ ਵਾਸਤੇ ਤੁਹਾਡੇ ਕੋਲ ਕੁਛ ਵੀ ਨਹੀਂ, ਨਾ ਤੁਹਾਡੇ ਕੋਲ ਕੋਈ ਹਾਥੀ ਘੋੜੇ ਨੇ, ਨਾ ਤੁਹਾਡੇ ਕੋਲ ਕੋਈ ਧਨ ਹੈ, ਨਾ ਤੁਹਾਡੀ ਕੋਈ ਉੱਚੀ ਕੋਲੇ। ਤੇ ਬਾਬਾ ਕਬੀਰ ਜੀ ਕਹਿਣ ਲੱਗੇ, ਤੁਮ ਕਰ ਲੱਖ ਕੋਟ ਅਰ ਹਸਤੀ, ਹਮ ਕਰ ਏਕ ਮੁਰਾਰੀ। ਤੁਹਾਡੇ ਘਰ ਦੇ ਅੰਦਰ ਹਾਥੀ ਤੇ ਘੋੜੇ ਨੇ, ਲੱਖਾਂ ਨੇ, ਧਨ ਪਦਾਰਥ ਨੇ, ਮੇਰੇ ਕੋਲ ਮੁਰਾਰੀ ਹੈ, ਪਰਮਾਤਮਾ ਹੈ। ਮੇਰੇ ਕੋਲ ਉਹ ਹੈ ਜਿਹੜਾ ਸਾਰਿਆਂ ਨੂੰ ਧਨ ਪਦਾਰਥ ਦੇ ਰਿਹਾ ਹੈ। ਤੁਹਾਡੇ ਕੋਲ ਕਿਰਤ ਹੈ, ਮੇਰੇ ਕੋਲ ਕਰਤਾ ਹੈ। ਤੁਹਾਡੇ ਕੋਲ ਕਿਰਤ ਹੈ, ਮੇਰੇ ਕੋਲ ਕਰਤਾ ਹੈ। ਤੁਸੀਂ ਕਿਰਤ ਨਾਲ ਜੁੜੇ ਹੋਏ ਹੋ, ਮੈਂ ਕਰਤੇ ਨਾਲ ਜੁੜਿਆ ਹੋਇਆ। ਮੈਨੂੰ ਕਰਤੇ ਦੇ ਨਾਮ ਵਿੱਚੋਂ ਰਸ ਆ ਰਿਹਾ ਹੈ। ਜਿਸ ਪਰਮਾਤਮਾ ਦੇ ਨਾਮ 'ਚੋਂ ਰਸ ਆ ਰਿਹਾ, ਉਹ ਪਰਮਾਤਮਾ ਕਿੰਨਾ ਵੱਡਾ ਹੋਏਗਾ। ਬਾਬਾ ਕਬੀਰ ਜੀ ਨੇ ਉੱਥੇ ਸਮਝਾਇਆ। ਇਸੇ ਕਰਕੇ ਬਾਬਾ ਫਰੀਦ ਜੀ ਨੇ ਕਿਹਾ, ਫਰੀਦਾ ਸਈ ਮੁਖ ਡਰਾਵਨੇ, ਜਿਨ੍ਹਾਂ ਵਿਸਾਰਿਓ ਨਾਉ। ਜਿਨ੍ਹਾਂ ਨੇ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਵਿਸਾਰਤਾ, ਉਹ ਡਰਾਵਨੇ ਦਾ ਮਤਲਬ ਹੁੰਦਾ ਪਹਿਲਾਂ ਪਿੰਡਾਂ ਦੇ ਅੰਦਰ। ਅੱਜ ਵੀ ਇਦਾਂ ਹੁੰਦਾ, ਜਦੋਂ ਕੋਈ ਫਸਲ ਬੀਜੀ ਜਾਂਦੀ ਹੈ, ਕਣਕ ਦੀ ਕਹਿ ਲਓ ਜਾਂ ਲਾਭ ਖਿਲਾਰੀ ਹੁੰਦੀ ਹੈ, ਉੱਥੇ ਇੱਕ ਡਰਾਵਨਾ ਬਣਾ ਕੇ ਖਿਲਾ ਰਿਹਾ ਹੁੰਦਾ। ਡਰਾਵਨਾ ਭਾਪੇ ਦਾ ਕੁੜਤਾ ਨਾ ਪਾ ਕੇ ਉਹਨੂੰ, ਤੇ ਲੰਮੀਆਂ ਬਾਹਾਂ ਕਰਕੇ ਡਰਾਵਨਾ ਬਣਾ ਕੇ ਖਿਲਾ ਰਿਹਾ ਹੁੰਦਾ, ਵੀ ਪਸ਼ੂ ਪੰਛੀ ਡਰਨ ਇਹਨੂੰ ਵੇਖ ਕੇ ਕਿ ਇਹ ਕੋਈ ਬੰਦਾ ਖਲੋਤਾ ਹੋਏ। ਤੇ ਬਾਬਾ ਫਰੀਦ ਜੀ ਕਹਿੰਦੇ ਨੇ, ਸੇ ਮੁਖ ਡਰਾਵਨੇ, ਕਹਿਣ ਲੱਗੇ ਉਹਨਾਂ ਦਾ ਮੁਖ ਵੇਖ ਕੇ ਔਰ ਡਰਾਵਣੇ ਲੱਗਦੇ ਨੇ। ਕਿਉਂ? ਕਿਉਂਕਿ ਉਹਨਾਂ ਨੇ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਵਿਸਾਰਿਆ ਹੋਇਆ। ਤੇ ਬਾਬਾ ਫਰੀਦ ਜੀ ਕਹਿਣ ਲੱਗੇ ਨੇ, ਇਸ ਦੁਨੀਆ ਦੇ ਆਪਰ ਉਹਨਾਂ ਦਾ ਸਤਿਕਾਰ ਨਹੀਂ, ਤੇ ਅੱਗੇ ਵੀ ਜਾ ਕੇ ਉਹਨਾਂ ਨੂੰ ਢੋਈ ਨਹੀਂ ਮਿਲਦੀ। ਇੱਥੇ ਵੀ ਸਤਿਕਾਰ ਨਹੀਂ ਹੈ, ਅੱਗੇ ਜਾ ਕੇ ਵੀ ਉਹਨਾਂ ਦਾ ਸਤਿਕਾਰ ਨਹੀਂ ਹੈ। ਇਸੇ ਕਰਕੇ ਸਾਹਿਬ ਕਹਿ ਰਹੇ ਨੇ, ਕੀੜੀ ਤੁਲਨਾ ਹੋਵਨੀ ਜੇ ਇਸ ਮਨੋਂ ਨਾ ਵਿਸਰੇ। ਗੁਰੂ ਪਾਤਸ਼ਾਹ ਕਿਰਪਾ ਕਰਨ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖੇਮਾ। ਰਹਿੰਦੀ ਪੌੜੀ ਦੀ ਵਿਚਾਰ ਕੱਲ ਨੂੰ ਫੇਰ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਵਿਸਾਰਨਾ। ਸਭਨਾ ਗਲਾ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ,
ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੇ। ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰਾ ਸਾਚਾ ਨਾ ਮੇਰਾ ਆਧਾਰੂ। ਕਰ ਸ਼ਾਂ ਸੁਖ ਮਨ ਆਏ ਵਸਿਆ ਜਨ ਇੱਛਾ ਸਭ ਪੁਜਾਈਆਂ। ਕਹੇ ਨਾਨਕ ਸੁਨੋ ਸੰਤੋਖ ਸ਼ਬਦ ਧਰੋ ਪਿਆਰੋ ਸਾਚਾ ਨਾ ਮੇਰਾ ਆਧਾਰੂ ਵਾਜੇ। ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ। ਕਹੇ ਨਾਨਕ ਤੈ ਸੁਖ ਹੋਵਾ ਤਿਤ ਕਰ ਅਨਹਦ ਵਾਜੇ। ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ। ਸੰਤ ਸਾਜਨ ਪਹਿ ਸਰਸੇ ਪੂਰੇ ਗੁਰ ਤੇ ਜਾਣੀ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨੰਦ ਤੂਰੇ ਸ਼ਲੋਕ। ਦਿਵਸ ਰਾਤ ਦਾਈ ਦਾਇਆ ਖੇਲੇ ਸਗਲ ਜਗਤ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਨਾਨਕ ਤੇ ਮੁਖੀ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗੈ ਮਸ਼ਕਤ ਕਾਲ। ਨਾਨਕ ਤੇ ਮੁਖੀ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਬਾਲਕ ਤੇਰੇ ਤੁਮਰੇ ਕਿਰਪਾ ਮੈਂ ਸੁਖ ਕਰੇ। ਹੋਏ ਨ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ। ਸਗਲ ਸਮਗਰੀ ਤੁਮਰੇ ਸੂਤਰ ਧਾਰੀ। ਤੁਮ ਤੇ ਹੋਏ ਸੋ ਆਗਿਆਕਾਰੀ। ਤੁਮਰੀ ਗਤ ਮੈਂ ਤੁਮੀ ਜਾਣੀ। ਨਾਨਕ ਦਾਸ ਸਦਾ ਕੁਰਬਾਨੀ। ਬੋਲਾਂ ਜੀ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ। ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ। ਫਿਰ ਅੰਗਦ ਗੁਪਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰਗੋਬਿੰਦ ਨਾਮ ਸਿਮਰੋ ਸ਼੍ਰੀ ਹਰਿ ਰਾਇ। ਸ਼੍ਰੀ ਹਰਿਕ੍ਰਿਸ਼ਨ ਤੇ ਆਈਐ ਜਿਸ ਜਿਠੇ ਸਭ ਜਗ। ਤੇਗ ਬਹਾਦਰ ਸਿਮਰਿਐ ਘਰ ਨੋ ਨਿਧਿ ਆਵੈ ਧਾਇ। ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠਦਾਰ ਦਾ ਧਿਆਨ ਧਰ ਕੇ ਬੋਲਾ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ 8 ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਮ੍ਰਿਤ ਕੀਤਾ। ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ। ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰੇ। ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਿਥਮੈ ਸਰਬਤ ਖਾਲਸਾ ਜੀ ਕੀ ਅਰਦਾਸ ਹੈ। ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਿਆ ਮਨ ਕਾ ਸਤਿਕਾਰ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ। ਤਾਂ ਤਾਂ ਰਚਿਆ ਲਿਆਏ ਦੇਖ ਦੇਖ ਫਤਿਹ ਵਿਰਤ ਕੀ ਪੈਜ ਪੰਥ ਕੀ ਜੀ। ਸ਼੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾ ਦਾਨ ਕਰੋ ਸਾਰਾ। ਦਾਨਾ ਸਿਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ ਇਸ਼ਨਾਨ।
ਚੌਕੀਆਂ ਝੰਡੇ ਗੂੰਗੇ ਜੁਗੋ ਜੁਗੇ ਅਟਲ। ਧਰਮ ਕਾ ਜੈਕਾਰ ਖਾਲਸਾ ਜੀ ਸਾਏ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਪ ਜੀ। ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। हे ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਹੋ। ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਆਪ ਜੀ ਦੀ ਅਪਾਰ ਬਖਸ਼ਿਸ਼ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਦੀਵਾਨ ਸਜੇ। ਆਸਾ ਕੀ ਵਾਰ ਜੀ ਦੇ ਕੀਰਤਨ ਸ਼ਬਦ ਕੀਰਤਨ ਗੁਰਮਤਿ ਵਿਚਾਰਾਂ ਆਨੰਦ ਸਾਹਿਬ ਜੀ ਦੇ ਜਾਪ ਦੀ ਅਰਦਾਸ। ਅੱਖਰ ਵਾਦਾ ਘਾਟਾ ਭੁੱਲ ਚੂਕ ਗਲਤੀ ਮਾਫ ਕਰਨੀ ਸਰਬਤ ਦੇ ਕਾਰਜ ਰਾਸ ਕਰਨੇ ਆਈ ਸੰਗਤ ਦੀ ਹਾਜ਼ਰੀ। ਤਿਲ ਗੁਰ ਪ੍ਰੇਮ ਬਟਾਵਾਂਦਾਰ ਪ੍ਰਵਾਨ ਕਰਨੀਆਂ ਸਤਿਗੁਰ ਕਿਰਪਾ ਕਰਨੀ। ਜਗਤ ਜਲੰਦਾਰ ਰੱਖ ਲੈ ਆਪਣੀ ਕਿਰਪਾ ਧਾਰ। ਜਿਤ ਦੁਆਰੇ ਉਬਰੈ ਤਿਤੈ ਲਿਓਗਾ। ਸਤਿਗੁਰ ਕਿਰਪਾ ਕਰਨੀ ਸੰਸਾਰ ਭਰ ਵਿੱਚ ਚੱਲ ਰਹੀ ਮਹਾਮਾਰੀ ਤੋਂ ਨਿਜਾਤ ਬਖਸ਼ਣੀ। ਕਿਸਾਨ ਵੀਰਾਂ ਦੀ ਆਨ ਸੰਰੱਖਿਆ ਸਹਾਇਤਾ ਕਾਮਯਾਬੀ ਚੜ੍ਹਦੀ ਕਲਾ ਦੀ ਦਾਤ। ਸਰਬਤ ਦੇ ਦੁੱਖ ਦੂਰ ਮੁਸ਼ਕਲਾਂ ਸਾਂਦੇ ਰੋਗਤਾ ਸੁਖ ਸ਼ਾਂਤੀ ਕਿਰਤ ਕਮਾਈਆਂ ਬਰਕਤਾਂ ਪਾਵੇ। ਦਾਰ ਘਰ ਦੇ ਪ੍ਰੀਤਵੰਦ ਸੁਨੀਤ ਕੌਰ ਸੁਨੀਤ ਸਿੰਘ ਬੱਚਿਆਂ ਦੀ ਸੁਖ ਸ਼ਾਂਤੀ ਲਈ ਅਰਦਾਸ ਬੇਨਤੀ। ਬੱਚਿਆਂ ਨੂੰ ਜੀਵਨ ਵਿੱਚ ਕਾਮਯਾਬੀ ਉਨਤੀਆਂ ਤਰੱਕੀਆਂ ਬਖਸ਼ੀਆਂ। ਬਾਬਾ ਲਾਂਬਾ ਫੈਮਿਲੀ ਵੱਲੋਂ ਸ਼ੁਕਰਾਨੇ ਦੀ ਅਰਦਾਸ ਬੇਨਤੀ। ਸੁਖ ਸ਼ਾਂਤੀ ਨਾਮਦਾਨ ਬਖਸ਼ਣਾ। ਦਾਰ ਘਰ ਦੇ ਪ੍ਰੀਤਵੰਦ ਕਰਨਲ ਵਿਸ਼ਵਾਨ ਸਿੰਘ ਵੱਲੋਂ ਬੀਬੀ ਮਨਦੀਪ ਕੌਰ ਜੀ ਦੇ ਆਪਰੇਸ਼ਨ ਦੀ ਕਾਮਯਾਬੀ ਦੀ ਅਰਦਾਸ ਬੇਨਤੀ ਹੈ। ਆਪਰੇਸ਼ਨ ਵਿੱਚ ਕਾਮਯਾਬੀ ਦੇ ਰੋਗਤਾ ਚੜ੍ਹਦੀ ਕਲਾ ਦੀ ਦਾਤ ਬਖਸ਼ੀ। ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਸਮੂਹ ਸਾਧ ਸੰਗਤ ਵੱਲੋਂ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ। ਦਰ ਪ੍ਰਵਾਨ ਹੋਏ ਪ੍ਰਵਾਨ ਹੋਇਆ ਪ੍ਰਸ਼ਾਦ ਸਰਬਤ ਸਾਧ ਸੰਗਤ ਤਾਂ ਹੀ ਵਰਤੇ। ਆਪ ਜੀ ਹੁਕਮਨਾਮਾ ਬਖਸ਼ ਕੇ ਕਿਰਤਾਰਥ ਕਰੋ। ਸਹੀ ਪਿਆਰੇ ਮੇਰ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਿਆ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਵੈ ਚਲਾਇਓ ਪੰਥ। ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ। ਜੋ ਪ੍ਰਭ ਕੋ ਮਿਲ ਪਹੁੰਚੈ ਸੋ ਸ਼ਬਦ ਮੈਨੇ। ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ। ਪਾਰ ਹੋਏ ਸਭ ਮਿਲੈਂਗੇ ਬਚੇ ਸ਼ਰਨ ਜੋ। ਬੋਲੇ ਸੋਨਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਅਕਾਲ ਮੂਰਤ ਸਾਦਿ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਅਕਾਲ ਮੂਰਤ ਅਜੂਨੀ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਅਕਾਲ ਮੂਰਤ ਅਜੂਨੀ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਅਕਾਲ ਮੂਰਤ ਅਜੂਨੀ। ਵਾਹਿਗੁਰੂ 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 ਵਾਹਿਗੁਰੂ। ਜੀਤਾ ਸਮੁੰਦ ਸਾਗਰ ਨੀਰ ਭਰਿਆ। ਤੇਤੇ ਅਵਗੁਣ ਹਮਾਰੇ। ਦਇਆ ਕਰੋ ਕਿਛ ਮਿਹਰੀ
ਸਿਰ ਸ਼ਾਹ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾਵੇ ਸਾਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਧੰਨਾ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਰਹਾਉ ਦਾਲ ਸੀਧਾ ਮਾਂਗੋ ਕੀਓ हमरा खुशी करे नित जियो। पनिया शादनी का अनाज मांगो सतसी का। गौ भैंस मंगो लावेरी एक ताजन तुरी चंगेरी। घर की गीहन चंगी जन धना लेवै मंगी। घर की गीहन चंगी जन धना लेवै मंगी। वाहिगुरू जी का खालसा वाहिगुरू जी की फतेह। गोपाल तेरा आरता। आरता मतलब मालक जी तुहाडे कोलों असीं मंग रहे हां, तुहाडे दर दे भिखारी हां। हे सारी सृष्टि धरती दे मालक, ਅਸੀਂ ਤੇਰੇ ਦਰ ਤੇ ਮੰਗਤੇ ਹਾਂ, ਤੇਰੇ ਕੋਲੋਂ ਮੰਗ ਰਹੇ ਹਾਂ। ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਜਿਹੜੇ ਤੁਹਾਡੀ ਭਗਤੀ ਕਰਦੇ ਨੇ ਤੁਸੀਂ ਉਹਨਾਂ ਦੇ ਕਾਰਜ ਆਪ ਸਵਾਰਦੇ ਹੋ, ਜਿਹੜੇ ਤੁਹਾਡੀ ਭਗਤੀ ਕਰਦੇ ਨੇ। ਇਹ ਵਿਸ਼ਾ ਅਲੱਗ ਹੀ ਭਗਤੀ ਹੁੰਦੀ ਕੀ ਹੈ, ਭਗਤੀ ਕਿਹਨੂੰ ਕਹਿੰਦੇ ਨੇ। ਆ ਪਰਸੋਂ ਵਟਸਐਪ ਤੇ ਕਾਇਆ ਸੀ, ਉਹ ਮਾਤਾ ਦੱਸ ਰਹੀ ਕਿ ਵਾਹਿਗੁਰੂ 4 ਸ਼ਬਦਾਂ ਦੇ ਨਾਲ ਬਣਿਆ, ਵਵੇ ਨਾਲ, ਆਹਾ ਨਾਲ, ਗੱਗੇ ਨਾਲ, ਰਾਹ ਦੇ ਨਾਲ। ਫਿਰ ਉਹਨੇ ਕੱਲੀ ਕੱਲੀ ਗੱਲ ਸਮਝਾਈ। ਵਾਹ ਦਾ ਵਵੇ ਦਾ ਮਤਲਬ ਹੈ ਵਿਸ਼ਨੂੰ। ਇਸ ਤਰੀਕੇ ਨਾਲ ਉਹਨੇ ਗੱਲ ਕੀਤੀ। ਜਿਹੜਾ ਬੰਦਾ ਵਾਹਿਗੁਰੂ ਕਹਿੰਦਾ ਉਹਨੂੰ 4 ਯੁਗਾਂ ਦੀ ਭਗਤੀ ਉਹਦੀ ਹੋ ਜਾਂਦੀ ਹੈ। ਇਹਨੂੰ ਕਹਿੰਦੇ ਨੇ ਅਗਿਆਨਤਾ, ਜਿਹਨੂੰ ਕੱਖ ਨਹੀਂ ਪਤਾ, ਜਿਹਨੂੰ ਕੁਛ ਨਹੀਂ ਪਤਾ, ਜਿਹਨੇ ਕਦੇ ਸ਼ਬਦ ਪੜ੍ਹੇ ਕੋ ਨਹੀਂ। ਐਸੀਆਂ ਫਲਾਸੀਆਂ ਉਹ ਲੋਕ ਕਰਦੇ ਨੇ। ਉਹਨੇ ਵਾਹਿਗੁਰੂ ਦੇ ਸ਼ਬਦ ਹੀ ਬਦਲ ਦਿੱਤੇ ਨੇ। ਜਿਹੜਾ ਵਾਹਿਗੁਰੂ ਕਹਿੰਦਾ ਉਹਦੇ ਅੰਦਰ ਨਾ ਕਿਤੇ ਗੁਰੂ ਪਾਤਸ਼ਾਹ ਦੀ ਗੱਲ ਹੈ, ਨਾ ਪਰਮਾਤਮਾ ਦੀ ਗੱਲ ਹੈ। ਉਹਨੇ 4 ਯੁਗਾਂ ਨਾਲ ਜੋੜ ਦਿੱਤਾ। ਹੁਣ ਜੇ ਸਵਾਲ ਕੀਤਾ ਜਾਵੇ ਕਿ ਵਾਹਿਗੁਰੂ ਨੇ ਜਿਹੜਾ ਸ਼ਬਦ ਉਚਾਰਨ ਕੀਤਾ ਹੈ, ਉਹਨਾਂ ਦੀ ਭਾਵਨਾ ਇਹ ਸੀ, ਤੁਸੀਂ ਜਿਹੜੇ ਅਰਥ ਅੱਜ ਕਰ ਰਹੇ ਹੋ ਵਾਹਿਗੁਰੂ ਦੇ, ਮਾਫ ਕਰਦੇ ਨੇ, ਅਗਿਆਨਤਾ ਦੇ ਵੀ ਹੱਦ ਹੁੰਦੀ। ਅਗਿਆਨਤਾ ਸਾਹਿਬ ਕਹਿਣ ਲੱਗੇ, ਜੋ ਜਨ ਤੁਮਰੀ ਭਗਤ ਕਰਨ ਤੇ। ਹਵਾ ਚੱਲ ਰਹੀ ਹੈ, ਇਹ ਭਗਤੀ ਕਰ ਰਹੀ ਹੈ। ਅੱਗ ਜਿਹੜੀ ਹੈ ਭਗਤੀ ਕਰ ਰਹੀ ਹੈ। ਕਿਉਂ ਕਰ ਰਹੀ ਹੈ? ਇਹ ਪਰਮਾਤਮਾ ਦੇ ਹੁਕਮ ਦੇ ਅੰਦਰ ਚੱਲ ਰਹੀ ਹੈ। ਜਿਹੜਾ ਜੀ ਪਰਮਾਤਮਾ ਦੇ ਹੁਕਮ ਦੇ ਅੰਦਰ ਚੱਲ ਰਿਹਾ, ਉਹ ਪਰਮਾਤਮਾ ਦੀ ਭਗਤੀ ਕਰ ਰਿਹਾ। ਪਰਮਾਤਮਾ ਦੇ ਭਾਣੇ ਦੇ ਅੰਦਰ ਗੁਰਸਿੱਖ ਚੱਲ ਰਿਹਾ, ਉਹ ਭਗਤੀ ਕਰ ਰਿਹਾ। ਹੁਣ ਕਈਆਂ ਨੇ ਹਵਾ ਨੂੰ, ਪਵਨ ਨੂੰ ਮੰਨਿਆ, ਪੂਜਾ ਕੀਤੀ ਹੈ, ਤੇ ਕਈਆਂ ਨੇ ਹਵਾ ਨੂੰ ਟਾਇਰ ਦੇ ਅੰਦਰ, ਟੂਪ ਦੇ ਅੰਦਰ ਭਰ ਕੇ 20 ਟਨ ਮਾਲ ਲੱਦ ਕੇ ਅਗਲੇ ਕਹਿੰਦੇ ਚੱਲ ਤੇ ਤੂੰ ਕੰਮ ਲੈਣਾ।
ਗੁਰੂ ਪਾਤਸ਼ਾਹ ਕਹਿੰਦੇ ਜੋ ਜਨ ਤੁਮਰੀ ਭਗਤ ਕਰੰਤੇ ਤਿਨ ਕੇ ਕਾਜ ਸਵਾਰਤਾ। ਮਾਲਕ ਜੀ ਜਿਹੜੇ ਤੁਹਾਡੀ ਭਗਤੀ ਕਰਦੇ ਤੁਸੀਂ ਉਹਨਾਂ ਦੇ ਕਾਜ ਸਵਾਰਦੇ। ਨਾਲ ਮੰਗਿਆ ਵੀ ਕੀ ਮੰਗਿਆ? ਦਾਲ ਸਿੰਧਾ ਮੰਗੋ ਘੀਓ। ਦਾਲ ਸੀਧਾ ਆਟਾ ਮੰਗੋ ਘੀਓ। ਘਿਓ ਵੀ ਮੈਂ ਮੰਗਦਾ। ਹੁਣ ਇਹ ਭਗਤ ਧੰਨਾ ਜੀ ਆਪ ਮੰਗ ਰਹੇ। ਇਹ ਮੈਂ ਆਖਰੀ ਅਰਥ ਕਰ ਰਿਹਾ, ਭਾਵ ਨਹੀਂ ਕਰ ਰਿਹਾ। ਕਦੇ ਸਮਾਂ ਮਿਲੇਗਾ ਇਹਦੇ ਭਾਵ ਵੀ ਕਰਾਂਗਾ। ਸਮਝਾ ਰਹੇ ਨੇ ਦਾਲ ਸੀਧਾ ਮੰਗੋ ਘੀਓ। ਮੈਂ ਦਾਲ ਵੀ ਮੰਗ ਰਿਹਾ ਹਾਂ, ਆਟਾ ਵੀ ਮੰਗ ਰਿਹਾ ਹਾਂ, ਘਿਓ ਵੀ ਮੰਗ ਰਿਹਾ ਹਾਂ, ਜਿਹਦੇ ਨਾਲ ਮੇਰੀ ਜ਼ਿੰਦਗੀ ਚੱਲ ਸਕੇ। ਇੱਥੇ ਕੋਈ ਐਸੀ ਚੀਜ਼ ਨਹੀਂ ਮੰਗੀ, ਨਾ ਕਿਤੇ ਮਹਿਲ ਬਾੜੀਆਂ ਧੀਆਂ ਪੁੱਤਰ, ਬਿਲਕੁਲ ਨਹੀਂ ਮੰਗੇ। ਜੋ ਜ਼ਿੰਦਗੀ ਮੈਨੂੰ ਚਲਾ ਸਕਦੀ। ਦਾਲ ਮੰਗਿਆ, ਆਟਾ ਮੰਗਿਆ, ਘਿਓ ਮੰਗਿਆ, ਜਿਹੜੀਆਂ ਚੀਜ਼ਾਂ ਚਾਹੀਦੀਆਂ ਨੇ ਘਰ ਵਿੱਚ। ਹਮਾਰਾ ਖੁਸ਼ੀ ਕਰਨੇ ਤੇ ਜੀਓ, ਜਿਹਦੇ ਕਰਕੇ ਮਨ ਨੂੰ ਖੁਸ਼ੀ ਮਿਲੇ। ਪਨੀਆ ਸਾਧਨ ਨੀਕਾ। ਪਨੀਆ ਦਾ ਮਤਲਬ ਹੁੰਦਾ ਜੁੱਤੀ, ਸਾਧਨ ਮਤਲਬ ਕੱਪੜਾ, ਨੀਕਾ ਚੰਗਾ। ਜੁੱਤੀ ਤੇ ਕੱਪੜਾ ਵੀ ਮੈਨੂੰ ਚੰਗਾ ਚਾਹੀਦਾ, ਮਾੜਾ ਨਹੀਂ। ਅਨਾਜ ਮੰਗੋ ਸਤ ਸੀਕਾ। ਅਨਾਜ ਵੀ ਚਾਹੀਦਾ ਮੈਨੂੰ ਖਾਣ ਵਾਸਤੇ। ਸਤ ਸੀਕਾ ਦਾ ਮਤਲਬ ਹੁੰਦਾ ਹੈ 7 ਵਾਰ ਕਿਸੇ ਜ਼ਮੀਨ ਨੂੰ ਪਹਿਲਾਂ ਵਾਹਿਆ ਜਾਵੇ, 7 ਵਾਰ ਵਾਹ ਕੇ ਫਿਰ ਉਹਦੇ ਅੰਦਰ ਬੀਜ ਖਿਲਾਰਿਆ ਜਾਵੇ। ਜਦੋਂ ਫਸਲ ਪੈਦਾ ਹੁੰਦੀ ਹੈ ਕਿੰਨੇ 7 ਵਾਰ ਇਹ ਜ਼ਮੀਨ ਮੈਂ ਵਾਹੀ ਸੀ। ਬੜੇ ਸੋਹਣੇ ਤਰੀਕੇ ਨਾਲ ਬੀਜ ਖਿਲਾਰ ਕੇ ਅਨਾਜ ਪੈਦਾ ਕੀਤਾ। ਗਊ ਭੈਂਸ ਮੰਗੋ ਲਵੇਰੀ। ਗਾਂ ਤੇ ਮੱਝ ਇਹ ਦੋਵੇਂ ਚੀਜ਼ਾਂ ਮੰਗੀਆਂ ਨੇ। ਲਵੇਰੀ ਜਿਹੜੀ ਦੁੱਧ ਦਿੰਦੀ ਹੋਵੇ। ਇੱਕ ਤਾਜਨ ਕੋਈ ਚੰਗੇਰੀ, ਇੱਕ ਸੋਹਣੀ ਘੋੜੀ ਵੀ ਚਾਹੀਦੀ ਮੈਨੂੰ ਕਿਤੇ ਬਾਹਰ ਜਾਣ ਵਾਸਤੇ। ਸਮੇਂ ਦੇ ਮੁਤਾਬਕ ਗੁਰਬਾਣੀ ਦੇ ਅਰਥ ਯੁੱਗ ਦੇ ਮੁਤਾਬਕ ਬਦਲਦੇ। ਪਹਿਲਾਂ ਘੋੜੇ ਹਾਥੀਆਂ ਦੀ ਗੱਲ ਹੁੰਦੀ ਸੀ, ਅੱਜ ਗੱਡੀਆਂ ਦੀ ਗੱਲ ਹੋਈ। ਇਹ ਗੱਲ ਹੋਈ ਭਗਤ ਧੰਨਾ ਜੀ ਕਹਿੰਦੇ ਇਚ ਤਾਜਨ ਤੁਰੀ ਚੰਗੇਰੀ ਘਰ ਕੀ ਗੇਹਨ। ਚੰਗੀ ਘਰ ਨੂੰ ਚਲਾਉਣ ਵਾਸਤੇ ਚੰਗੀ ਇਸਤਰੀ ਚਾਹੀਦੀ ਹੈ। ਜਿਵੇਂ ਧੰਨਾ ਲੈ ਰਿਹਾ ਮੰਗੀ, ਭਗਤ ਧੰਨਾ ਜੀ ਕਹਿੰਦੇ ਮੈਂ ਆਪ ਮੰਗ ਕੇ ਲੈ ਰਿਹਾ ਆਪਣੇ ਮਾਲਕ ਕੋਲ। ਕਿਹਦੇ ਕੋਲੋਂ ਲੈ ਰਿਹਾ ਜੀ? ਆਪਣੇ ਮਾਲਕ ਦੇ ਕੋਲ। ਅੱਜ ਸਾਡੀ ਅਰਦਾਸ ਕਿਸੇ ਦੇਹਧਾਰੀ ਬਾਬੇ ਕੋਲੋਂ ਹੁੰਦੀ ਹੈ। ਪੁੱਤਰ ਦੀ ਦਾਤ ਦੇ ਦਿਓ, ਧਨ ਦੀ ਦਾਤ ਦੇ ਦਿਓ, ਦੇਹ ਰੋਗਤਾ ਬਖਸ਼ ਦਿਓ। ਬਾਬੇ ਨੂੰ ਆਪ ਸ਼ੂਗਰ ਵਿਚਾਰੇ ਨੂੰ ਆਪਣਾ ਬਲੱਡ ਪ੍ਰੈਸ਼ਰ ਹਾਈ ਲੋ ਹੁੰਦਾ, ਆਪ ਹਸਪੀਟਲ ਜਾਂਦਾ ਤੇ ਸੰਗਤਾਂ ਨੂੰ ਆਸ਼ੀਰਵਾਦ ਦਿੱਤੇ ਜਾ ਰਹੇ। ਅਸੀਂ ਮੱਥਾ ਟੇਕਦੇ ਬਾਬਾ ਜੀ ਤੁਸੀਂ ਕਿਰਪਾ ਕਰੋ। ਉਹ ਕਹਿੰਦਾ ਤੁਸੀਂ ਮੇਰੇ ਤੇ ਕਿਰਪਾ ਕਰੋ। ਹੁਣ ਭਗਤ ਧੰਨਾ ਜੀ ਕਹਿੰਦੇ ਇਹ ਚੀਜ਼ਾਂ ਮੈਂ ਮੰਗ ਕੇ ਲੈ ਰਿਹਾ ਹਾਂ। ਜਨ ਧੰਨਾ ਲੈ ਰਿਹਾ ਮੰਗੀ ਆਪਣੇ ਮਾਲਕ ਦੇ ਕੋਲੋਂ। ਕਿਉਂ ਲੈ ਰਿਹਾ? ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰ। ਸੰਤਾਂ ਕੇ ਕਾਜ ਆਪ ਖਲੋਇਆ, ਹਰ ਕੰਮ ਕਰਾਵਨ ਆਇਆ ਰਾਮ। ਜਿਹੜੇ ਉਸ ਮਾਲਕ ਦੀ ਭਗਤੀ ਕਰਦੇ ਨੇ, ਭਾਵ ਪਰਮਾਤਮਾ ਦੇ ਹੁਕਮ ਦੇ ਅੰਦਰ ਚੱਲਦੇ ਨੇ, ਮਾਲਕ ਸਾਰੀਆਂ ਦਾਤਾਂ ਉਹਦੀ ਝੋਲੀ ਦੇ ਅੰਦਰ ਪਾ ਦਿੰਦੇ ਨੇ। ਗੁਰੂ ਪਾਤਸ਼ਾਹ ਕਿਰਪਾ ਕਰ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖੇਮਾ ਆਪ ਸਮੂਹ ਸੰਗਤਾਂ ਦੇ ਚੰਦਨ ਬੇਨਤੀ ਹੈ ਜੋ ਪਾਵਨ ਜਪਜੀ ਸਾਹਿਬ ਦੀ ਵਿਚਾਰ ਹਰ ਰੋਜ਼ ਸਵੇਰੇ 8 ਤੋਂ 8:30 ਤੱਕ ਹੋ ਰਹੀ ਹੈ। ਮੈਂ ਬੇਨਤੀ ਕਰਾਂਗਾ ਇਸੇ ਤਰ੍ਹਾਂ ਵੱਧ ਚੜ ਕੇ ਗੁਰੂ ਘਰ ਪਹੁੰਚਣ ਦੀ ਕਿਰਪਾਲਤਾ ਕਰਿਆ ਕਰੋ, ਤਾਂ ਕਿ ਸਾਨੂੰ ਹੀ ਗੁਰਬਾਣੀ ਬਾਰੇ ਸੂਝ ਸਮਝ ਤੇ ਵਿਚਾਰ ਦਾ ਸਾਨੂੰ ਪਤਾ ਲੱਗ ਸਕੇ। ਅਸੀਂ ਮਾਲਕ ਦੇ ਦਰਸਾਇਆ ਹੋਏ ਰਾਹ ਤੇ ਚੱਲ ਕੇ ਗੁਰਬਾਣੀ ਦੀ ਰੋਸ਼ਨੀ ਸਮੁੱਚੇ ਸੰਸਾਰ ਦੇ ਅੰਦਰ ਵੰਡ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਨਾਮ 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 ਜੀ। 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 ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ